मोदी सरकार मुर्दाबाद। ਆ ਦੇਖੋ ਜਿਹੜੀ ਮੋਦੀ ਸਰਕਾਰ ਨੇ ਅਗਨੀਪਥ ਯੋਜਨਾ ਲਿਆਂਦੀ ਗਈ ਆ ਉਸ ਦਾ ਵਿਰੋਧ ਕਰਨ ਲਈ ਜਿਹੜਾ ਦੇਸ਼ ਦੇ ਨੌਜਵਾਨ ਆ ਸਾਬਕਾ ਸੈਨਿਕ ਆ ਸੈਨਿਕਾਂ ਦੇ ਹੱਕ ਵਾਸਤੇ ਪੂਰੇ ਪੰਜਾਬ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹਾ ਅੱਜ ਅਸੀਂ ਗੋਲਡਨ ਗੇਟ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਹੈਗੀ ਆ ਵੀ ਇਹ ਅਗਨੀਪਥ ਯੋਜਨਾ ਵਾਪਸ ਲਈ ਜਾਵੇ। ਦੇਖੋ ਉਹ ਆਉਣ ਵਾਲੇ ਸਮੇਂ ਵਿੱਚ ਆਪਾਂ ਇਸ ਤੇ ਵਿਚਾਰ ਵਟਾਂਦਰਾ ਕਰਾਂਗੇ। ਇੱਕ ਦੇ 130 ਕਰੋੜ ਲੋਕਾਂ ਦਾ ਸਵਾਲ ਆ ਤੇ ਯੂਥ ਇੱਕ ਜਵਾਨ ਵੱਡਾ ਸਵਾਲ ਆ। ਮੈਨੂੰ ਨਹੀਂ ਲੱਗਦਾ ਜਿਸ ਪੱਧਰ ਤੇ ਵਿਰੋਧ ਹੋ ਰਿਹਾ ਵਾ ਤੇ ਦੇ ਸਰਕਾਰ ਡੈਮੋਕ੍ਰੇਸੀ ਤੇ ਵਿਸ਼ਵਾਸ ਰੱਖਦੀ ਆ ਤਾਂ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗਾ ਤਾਂ ਇਹ ਕਾਰਪੋਰੇਟ ਦੇ ਹਿੱਤ ਵਿੱਚ ਹੈਗਾ ਵਾ ਤਾਂ ਉਹ ਵਾਪਸ ਲਊਗੀ। ਨਹੀਂ ਤੇ ਭਾਰਤ ਦੇ ਲੋਕਾਂ ਤੋਂ ਸਰਕਾਰ ਵੱਡੀ ਨਹੀਂ ਹੈਗੀ। ਜੇ ਭਾਰਤ ਦੇ ਲੋਕ ਬਾਹਰ ਸੜਕਾਂ ਤੇ ਆ ਗਏ ਤਾਂ ਉਹਨਾਂ ਨੂੰ ਵਾਪਸ ਲੈਣੀ ਪੈਣੀ। ਦੇਖੋ ਹਾਲ ਦੀ ਘੜੀ ਕੋਈ ਅਲਟੀਮੇਟਮ ਤਾਂ ਹੈ ਨਹੀਂ ਗਾ। ਅਸੀਂ ਕਹਿੰਦੇ ਜਿੰਨੀ ਜਲਦੀ ਸਰਕਾਰ ਵਾਪਸ ਲੈ ਲਵੇ ਉਨਾ ਚੰਗਾ ਹੈਗਾ। ਦੇਖੋ ਹੈ ਹੀ ਮਾੜਾ ਵਾ। 4 ਸਾਲ ਬਾਅਦ ਕੋਈ ਜਵਾਨ ਰਿਟਾਇਰ ਹੋ ਜਾਂਦਾ ਵਾ 25 ਸਾਲ ਦੀ ਉਹਦੀ ਉਮਰ ਹੈਗੀ ਆ ਦਿਹਾੜੀ ਕਰਕੇ 5 ਲੱਖ ਰੁਪਇਆ ਕਮਾ ਸਕਦਾ ਵਾ ਉਹ ਤੇ ਬਾਕੀ ਉਹ ਜਾਊਗਾ ਕਿੱਥੋਂ ਦਾ ਕਿੱਥੇ ਹੋਊਗਾ। ਦੂਸਰਾ ਤੁਸੀਂ ਫੌਜ ਦੇ ਵਿੱਚ ਇੱਕ ਵੱਡੀ ਜ਼ਿੰਦਗੀ ਬਾਰਡਰ ਤੇ ਗਾਲ ਦਿੰਦੇ ਜੇ ਸ਼ਹੀਦ ਹੁੰਦੇ ਤੁਹਾਨੂੰ ਪੈਨਸ਼ਨ ਹੀ ਨਹੀਂ ਦੇਣੀ। ਬੁਢਾਪੇ ਦਾ ਇਹੀ ਆਸਰਾ ਹੁੰਦਾ ਹੈਗਾ ਤੇ ਨੁਕਸਾਨਦੇਹ ਇਹੀ ਚੀਜ਼ਾਂ ਹੈਗੀਆਂ ਔਰ ਇਹ ਕਿਸੇ ਵੀ ਫਾਇਦੇ 'ਚ ਨਹੀਂ ਹੈਗਾ। ਦੇਸ਼ ਦੀ ਸੁਰੱਖਿਆ ਵਾਸਤੇ ਵੀ ਠੀਕ ਨਹੀਂ। ਦੇਖੋ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੀ ਨਿਯਮਾਂ ਤਹਿਤ ਪਹਿਲੋਂ ਭਰਤੀ ਹੋ ਰਹੀ ਸੀ ਉਹੀ ਨਿਯਮ ਰਹਿਣ ਦਿੱਤੇ ਜਾਣ। ਠੀਕ ਆ ਜੇ ਕੋਈ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਆ ਤਾਂ ਅੱਡ ਤਰੀਕੇ ਨਾਲ ਟ੍ਰੇਨਿੰਗ ਦੇ ਲਈ ਜਾਏ। ਪਰ ਬੀਜੇਪੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਬਾਅਦ ਜਿਹੜੇ ਹੋਣਗੇ ਉਹਨਾਂ ਨੂੰ ਬੀਜੇਪੀ ਦਫ਼ਤਰ ਦੇ ਵਿੱਚ ਜਾਂ ਕਿਤੇ ਨਾ ਕਿਤੇ ਨੌਕਰੀ ਉੱਤੇ ਛੋਟਾ ਕੰਮ ਰੱਖਿਆ ਜਾਏਗਾ। ਦੇਖੋ ਇਹੀ ਵੱਡੀ ਸਮੱਸਿਆ ਵੀ ਪ੍ਰਾਈਵੇਟ ਖੇਤਰ ਤਾਂ ਨੌਜਵਾਨਾਂ ਲਈ ਪਹਿਲੋਂ ਖੁੱਲਾ ਵਾ। ਉਹ ਜਵਾਨਾਂ ਲੁੱਟ ਵੀ ਰਿਹਾ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਦੇ ਰਿਹਾ। ਪ੍ਰਾਈਵੇਟ ਖੇਤਰ ਵਾਲਾ ਕਿਹੜਾ ਰੁਜ਼ਗਾਰ ਹੁੰਦਾ ਵਾ? ਤੁਸੀਂ ਇਹਦਾ ਮਤਲਬ ਪ੍ਰਾਈਵੇਟ ਖੇਤਰ ਦੀ ਪੂਰਤੀ ਵਾਸਤੇ ਬੰਦੇ ਤਿਆਰ ਕਰਕੇ ਦੇ ਰਹੇ ਹੋ। ਇਹੀ ਸਭ ਤੋਂ ਵੱਡਾ ਵੀ ਫੌਜ ਅੰਤਮ ਵਸੀਲਾ ਸੀਗਾ ਰੁਜ਼ਗਾਰ ਦਾ ਤੇ ਇੱਕ ਪੱਕਾ ਰੁਜ਼ਗਾਰ ਸੀ ਉਹ ਤੁਸੀਂ ਖੋ ਰਹੇ ਹੋ। ਇਸ ਕਰਕੇ ਦੇਸ਼ ਦਾ ਜਿਹੜਾ ਨੌਜਵਾਨ ਹੈ ਉਹ ਬਾਹਰ ਨਿਕਲਿਆ ਹੈਗਾ। ਮੋਦੀ ਸਾਹਿਬ ਨੂੰ ਕਿੱਦਾਂ ਵੇਖਦੇ ਆ ਫੈਸਲੇ ਲੈਣ? ਦੇਖੋ ਪਹਿਲੇ ਫੈਸਲੇ ਵੀ ਉਹਨਾਂ ਦੇ ਠੀਕ ਹੈ ਨੋਟਬੰਦੀ ਵਾਲੇ ਸੁਧਾਰ ਕੀਤੇ ਸੀ ਉਹ ਦੇਸ਼ ਦੇ ਹੱਕ 'ਚ ਨਹੀਂ ਗਏ ਹੈਗੇ। ਰੇਲਵੇ 'ਚ ਸੁਧਾਰ ਕੀਤੇ ਕਿਹੜਾ ਦੇਸ਼ ਦੇ ਹੱਕ 'ਚ ਗਏ? ਕੋਲਾ ਖਨਨ ਖੇਤਰ ਆ ਦੂਰ ਸੰਚਾਰ ਖੇਤਰ ਹੈਗਾ ਜਿਨ੍ਹਾਂ ਖੇਤਰਾਂ ਦੇ ਵਿੱਚ ਅਜੇ ਤੱਕ ਮੋਦੀ ਸਾਹਿਬ ਨੇ ਸੁਧਾਰਾਂ ਦੇ ਨਾਂ ਤੇ ਜੋ ਕੁਝ ਵੀ ਕੀਤਾ ਪ੍ਰਾਈਵੇਟੇਸ਼ਨ ਉਹਦਾ ਫਾਇਦਾ ਨਹੀਂ ਦੇਸ਼ ਨੂੰ ਹੋਇਆ। ਕਿਸਾਨਾਂ ਵਾਲੇ ਬਿੱਲ ਵਾਪਸ ਲੈਣੇ ਪਏ। ਜਵਾਨਾਂ ਨਾਲ ਖੜੇ ਆ ਲੜਾਂਗੇ ਇਹ ਬਿੱਲ ਵੀ ਵਾਪਸ ਲੈਣੇ ਪੈਣਗੇ। ਆਪਾਂ ਇੱਕਦਮ ਨਹੀਂ ਇਹਦਾ ਲਿਆ ਕਾਫੀ ਟਾਈਮ ਤੋਂ ਪ੍ਰੋਸੈਸ ਚੱਲ ਰਿਹਾ ਜੀ। ਦੇਖੋ ਖੇਤੀ ਕਾਨੂੰਨਾਂ ਵਾਲਾ ਮਸਲਾ ਵੀ ਪਿਛਲੇ 20 ਸਾਲਾਂ ਦੀ ਫੈਸਲੇ ਤੋਂ ਬਾਅਦ ਲਿਆ ਸੀ। ਇਹ ਵੀ ਸੋਚ ਸਮਝ ਕੇ ਲਿਆ ਵਰਲਡ ਇਹ ਵੀ ਜਿਹੜੀਆਂ ਕਾਰਪੋਰੇਟ ਦੀਆਂ ਨੀਤੀਆਂ ਤਹਿਤ ਹੀ ਲਿਆ ਗਿਆ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸੋਚ ਸਮਝ ਕੇ ਨਹੀਂ ਲਿਆ ਪਰ ਤੁਹਾਡਾ ਜਿਹੜਾ ਫੈਸਲਾ ਵਾ ਉਹ ਭਾਰਤ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੈਗਾ। ਇਹ ਪੱਕੀ ਗੱਲ ਆ। ਮੋਦੀ ਸਰਕਾਰ ਨੂੰ ਕਿੱਦਾਂ ਵੇਖਦੇ ਇਦਾਂ ਦੇ ਫੈਸਲੇ ਲੈਣੇ ਕੋਈ ਸਲਾਹ? ਦੇਖੋ ਨੌਜਵਾਨਾਂ ਵਾਲੇ ਮਸਲਾ ਵੱਡਾ ਮਸਲਾ ਵਾ। ਪਹਿਲੋਂ ਕਿਸਾਨਾਂ ਵਾਲਾ ਗਲਤ ਫੈਸਲਾ ਹੁਣ ਜਵਾਨਾਂ ਵਾਲਾ। ਬਹੁਮਤ ਹੈਗਾ ਸਰਕਾਰ ਕੋ ਪੂਰੀ ਤਰ੍ਹਾਂ ਕਾਰਪੋਰੇਟ ਦੇ ਹੱਕ 'ਚ ਫੈਸਲੇ ਕਰ ਰਹੀ ਆ ਤੇ ਇਸ ਫੈਸਲੇ ਦੀ ਨਿੰਦਾ ਕਰਦੇ ਆ। ਫੈਸਲਾ ਸਹੀ ਨਹੀਂ ਹੈਗਾ। ਬਿਲਕੁਲ ਜੀ। ਹਾਂਜੀ ਭਾਈ ਜਿਹੜਾ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਕੀ ਲੋੜ ਪੈ ਗਈ ਹੈ ਪ੍ਰੋਟੈਸਟ? ਨਾਮ ਤੁਹਾਡਾ ਜੀ? ਮੇਰਾ ਨਾਮ ਹੈ ਨਾਇਕ ਤਸਵੀਰ ਸਿੰਘ ਸਾਬਕਾ ਸੈਨਿਕ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ। ਇਹ ਪ੍ਰੋਜੈਕਟ ਜਿਹੜੀ ਅਗਨੀਪਥ ਯੋਜਨਾ ਮੋਦੀ ਸਰਕਾਰ ਲੈ ਕੇ ਆਈ ਹੈ ਦੇਸ਼ ਦੇ ਵਾਸਤੇ ਬਹੁਤ ਹੀ ਘਾਤਕ ਯੋਜਨਾ ਆ। ਕਿਉਂ ਮੈਂ ਇੱਕ ਫੌਜੀ ਆ ਖੁਦ ਮੈਂ ਫੌਜ ਦੇ ਵਿੱਚ ਸੇਵਾ ਨਿਭਾ ਕੇ ਆਇਆ। ਸਾਨੂੰ ਪਤਾ ਆ ਫੌਜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਰਿਕਰੂਟਮੈਂਟ ਭਰਤੀ ਕਰਨੀ ਆ ਇਹਦੇ ਨਾਲ ਦੇਸ਼ ਵਾਸਤੇ ਬਹੁਤ ਹੀ ਘਾਤਕ ਆ। ਅੱਗੇ ਚਾਈਨਾ ਆਪਣੀ ਗਹਿਰਾਈ ਦਾ ਕੰਦਰ ਆ ਚੁੱਕਾ ਆ ਪਰ ਉੱਥੇ ਇੱਕ ਜਜ਼ਬਾ ਲੈ ਕੇ ਸਾਨੂੰ ਲੜੀਦਾ। ਇਹ ਕਹਿ ਦਿੰਦੇ ਨਾ ਵੀ ਉੱਥੇ ਆਪਣੀ ਆਰਮੀ ਜਿਹੜੀ ਆ ਪੈਸੇ ਵਾਸਤੇ ਲੜ ਰਹੀ ਆ। ਕਈ ਜਗ੍ਹਾ ਇਹੋ ਜਿਹੀ ਆ ਜਾਂਦੀਆਂ ਜਿੱਥੇ ਪੈਸਾ ਮੁੱਖ ਨਹੀਂ ਰੱਖਿਆ ਜਾਂਦਾ ਉੱਥੇ ਆਪਣਾ ਦੇਸ਼ ਵੇਖਿਆ ਜਾਂਦਾ। ਇੱਕ ਪਹਿਲੋਂ ਅੱਜ ਕੱਲ ਵੇਖੋ ਪਹਿਲੋਂ ਜਿਹੜੀਆਂ ਰੇਜਮੈਂਟਾਂ ਸਾਡੀਆਂ ਰੇਜਮੈਂਟਾਂ ਆਉਂਦੀਆਂ ਉਹਨਾਂ 'ਚ ਲਿਖਿਆ ਹੁੰਦਾ ਨਮਕ ਔਰ ਨਿਸ਼ਾਨ। ਨਮਕ ਦਾ ਮਤਲਬ ਵੀ ਨਮਕ ਲਾਲ ਨਹੀਂ ਕਰਨਾ ਦੇਸ਼ ਦਾ। ਨਿਸ਼ਾਨ ਹੁੰਦਾ ਆ ਜਿਹੜੇ ਬੰਦਾ ਪਲਟਨ ਦੇ ਵਿੱਚ ਨੌਕਰੀ ਕਰਦਾ ਆ ਜਿੱਦਾਂ ਸਿੱਖ ਰੇਜਮੈਂਟ ਦਾ ਨਿਸ਼ਾਨ ਆ
ਬੁਲੇ ਸੋ ਨਾਲ ਸਤਿ ਸ੍ਰੀ ਅਕਾਲ ਉਹ ਆਪਣਾ ਨਿਸ਼ਾਨ ਆ। ਇਹ ਕਰਕੇ ਜਿਸ ਤਰ੍ਹਾਂ ਡੋਗਰਾ ਅਰੇਂਜਮੈਂਟ ਆ, ਪਹਿਲੀ ਗੱਲ ਤੇ ਜਿਹੜੀ ਇਹ ਯੋਜਨਾ ਲੈ ਕੇ ਆ ਰਿਹਾ, ਮੈਨੂੰ ਲੱਗਦਾ ਵੀ ਮੋਦੀ ਸਾਹਿਬ ਸਾਰੀਆਂ ਸੈਨਾ ਨੂੰ ਮਿਕਸ ਕਰਕੇ ਇੱਕ ਜੈ ਭਾਰਤ ਬਣਾਉਣਾ ਚਾਹੁੰਦਾ ਆ। ਪਰ ਇਹ ਯੋਜਨਾ ਇਹਦੀ ਬਿਲਕੁਲ ਸਹੀ ਨਹੀਂ। ਅਗਰ ਬੱਚੇ 4 ਸਾਲ ਸੇਵਾਵਾਂ ਨਿਭਾ ਕੇ ਆ ਜਾਣਗੇ, ਉਹ ਆਣ ਕੇ ਕੀ ਕਰਨਗੇ? ਪਹਿਲੀ ਜੇ ਮੋਦੀ ਸਾਹਿਬ ਹੁਣੀ ਕਹਿ ਰਹੇ ਫੌਜ ਦੇ ਤਿੰਨੋਂ ਸੈਨਾਵਾਂ ਦੇ ਅਫਸਰ ਕਹਿ ਰਹੇ, ਮੈਂ ਤਿੰਨਾਂ ਸੈਨਾਵਾਂ ਦੇ ਤੁਹਾਡੇ ਮੱਦਿਆਂ ਰਾਹੀਂ ਪੁੱਛਣਾ ਚਾਹੁੰਦਾ ਕਿ 25% ਕਹਿੰਦੇ ਰੱਖਣੇ ਆ, 33% ਦੇ ਤੁਹਾਡੇ ਘਰਾਂ ਦੇ ਵਿੱਚ ਬਟਮੈਨ ਦਾ ਕੰਮ, ਕੁੱਤੇ ਘਮਾਉਣ ਦਾ ਕੰਮ, ਘਰਾਂ ਦੇ ਕੰਮ ਹੀ ਕਰ ਰਹੇ ਆ। ਉਹ 10% ਤੁਸੀਂ ਕਿੱਥੋਂ ਲੈ ਕੇ ਆਓਗੇ? ਤੁਹਾਡੇ ਘਰਾਂ ਦਾ ਹੀ ਕੰਮ ਨਹੀਂ ਪੂਰਾ ਹੋਣਾ। ਬਾਕੀ ਜੇ ਜਿਹਨੇ ਤਿੰਨੇ ਸੈਨਾਵਾਂ ਦੇ ਅਫਸਰ ਔਰ ਫੌਜ ਦੇ ਜਿੰਨੇ ਅਫਸਰ ਆ, MLA ਜੋ ਵੀ ਆ, ਉਹ ਆਪੋ ਆਪਣਾ ਇੱਕ ਬੱਚਾ ਇਹ ਅਗਨੀਪਥ ਯੋਜਨਾ ਦੇ ਵਿੱਚ ਭਰਤੀ ਕਰਾਉਣ ਤੇ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਆ। ਹੁਣ ਮੇਰਾ ਖੁਦ ਦਾ ਬੇਟਾ ਫੌਜ ਦੇ ਵਿੱਚ ਭਰਤੀ ਸੀ, ਸਿਰਫ ਉਹਦਾ ਰਿਟਨ ਰਹਿ ਗਿਆ ਸੀ। ਉਹ ਮੈਨੂੰ ਕਹਿੰਦਾ ਪਾਪਾ ਬੜਾ ਰੌਲਾ ਪੈ ਰਿਹਾ ਵੀ ਇਹ ਯੋਜਨਾ, ਮੈਂ ਯੋਜਨਾ ਬਹੁਤ ਖਤਰਨਾਕ ਆ। ਕਹਿੰਦਾ ਪਾਪਾ ਮੈਂ ਤੂੰ ਹੁਣ ਬਿਲਕੁਲ ਫੌਜ ਦਾ ਖੜਾ ਛੱਡ ਦੇ, ਤੂੰ ਆਪਣੀ ਕੋਈ ਬਾਹਰ ਜਾਣ ਦੀ ਤਿਆਰੀ ਕਰ। ਅਗਰ ਇਹ ਦੁਬਾਰਾ ਸਹੀ ਯੋਜਨਾ ਲੈ ਕੇ ਆਉਂਦੇ ਆ ਤੇ ਬਹੁਤ ਹੀ ਵਧੀਆ, ਕਿਉਂ ਸਾਡੇ ਕਿਸਾਨ ਮਜ਼ਦੂਰਾਂ ਦੇ ਬੱਚੇ ਆ ਜਿਹੜੇ ਫੌਜ ਦੇ ਵਿੱਚ ਜਾ ਕੇ ਆਪਣੀ ਦੇਸ਼ ਦੀ ਸੇਵਾ ਕਰਨ ਦਾ ਇੱਕ ਜਜ਼ਬਾ ਰੱਖਦੇ ਆ। ਖਾਸ ਕਰਕੇ ਆਪਣੇ ਪੰਜਾਬ ਦਾ ਇੰਨਾ ਜਜ਼ਬਾ ਆ, ਜਦੋਂ ਹਿੰਦੁਸਤਾਨ ਆਜ਼ਾਦ ਕਰਾਇਆ ਸੀ 99% ਆਜ਼ਾਦੀ ਦੇ ਵਿੱਚ ਆਪਣੇ ਦੇਸ਼ ਦੀਆਂ ਸ਼ਹੀਦੀਆਂ ਸੀ। ਹੁਣ ਵੀ ਤੁਸੀਂ ਗਲੀ ਪਿੰਡ ਦੇ ਜਦੋਂ ਕਿ ਰੋਡ ਥਾਣੀ ਲੰਘਦੇ, ਤੁਹਾਨੂੰ ਹਰ ਪਿੰਡ ਦੇ ਵਿੱਚ ਇੱਕ ਸ਼ਹੀਦ ਦਾ ਗੇਟ ਮਿਲੂਗਾ। ਹਰ ਪਿੰਡ ਦੇ ਵਿੱਚ ਤਕਰੀਬਨ 5-10 ਸ਼ਹੀਦ ਹੁੰਦੇ ਆ। ਇਹ ਜਜ਼ਬਾ, ਪਰ ਜਿਹਨੂੰ ਪਤਾ ਮੈਂ 4 ਸਾਲ ਬਾਅਦ ਚੱਲ ਜਾਣਾ, ਉਹਦੇ ਅੰਦਰ ਕੀ ਜਜ਼ਬਾ ਹੋਊਗਾ? ਹੁਣ ਤੁਸੀਂ ਹੋ ਡਿਬੇਟ ਲੈ ਰਹੇ ਜੋ ਮੇਰੀ, ਤੁਹਾਨੂੰ ਸਵੇਰੇ ਪਤਾ ਮੈਂ ਨਹੀਂ ਲੈਣ ਆਉਣਾ ਤੇ ਤੁਸੀਂ, ਤੁਹਾਡਾ ਮਨੋਬਲ ਕਿੱਥੇ ਹੋਊਗਾ? ਔਰ ਜਿਹੜੇ ਉੱਥੇ ਮਾਂ ਪਿਓ ਦੇਸ਼ ਦੀ ਸੇਵਾ ਕਰ ਰਹੇ ਭਰਾ, ਉਹਨਾਂ ਦੇ ਬੱਚੇ ਵੀ ਭਰਤੀ ਹੋਣ ਵਾਲੇ ਸੀ, ਉਹਨਾਂ ਦੇ ਉੱਥੇ ਮਨੋਬਲ ਤੇ ਕੀ ਅਸਰ ਪੈ ਰਿਹਾ? ਉਹ ਵੀ ਇਹ ਕੀ ਹੋ ਗਿਆ? ਬੜੀਆਂ ਬੰਦੇ ਨੇ ਆਸਾਂ ਲਾਈਆਂ ਹੁੰਦੀਆਂ। ਫਿਰ ਹੁਣ ਜੇ 4 ਸਾਲ ਬਾਅਦ ਬੱਚਾ ਘਰ ਆਇਆ ਕਰੂਗਾ, ਜੇ ਆਪਾਂ ਕਿ ਬੇਟੀ ਦੀ ਸ਼ਾਦੀ ਵਾਸਤੇ ਪੁੱਛਿਆ ਕਰਾਂ, ਕੀ ਪੁੱਛਿਆ ਕਰਨਗੇ? ਇਹ ਫੌਜੀ ਕੱਚਾ ਕਿ ਪੱਕਾ ਆ? ਜਿਸ ਤਰ੍ਹਾਂ ਆਪਾਂ ਬਾਹਰ ਵਾਸਤੇ ਪੁੱਛਦੇ ਆ ਕਿ ਬੰਦਾ PR ਆ ਕਿ ਨਹੀਂ। ਤੇ ਇਹ ਬਹੁਤ ਹੀ ਘਾਤਕ ਆ। ਮੈਂ ਇਹਦਾ ਸਖਤ ਵਿਰੋਧ ਕਰਦਾ ਤੁਹਾਡੇ ਮਾਧਿਅਮ ਰਾਹੀਂ।